ਭੋਗਪੁਰ ਤੋਂ ਪੀਟੀਸੀ ਨਿਊਜ਼ ਦੇ ਪੱਤਰਕਾਰ ਉੱਤੇ ਕਾਤਲਾਨਾ ਹਮਲਾ ਹੋਇਆ। ਦੱਸਦੀ ਕਿ ਪੀਟੀਸੀ ਨਿਊਜ਼ ਦੇ ਪੱਤਰਕਾਰ ਉੱਤੇ ਕਾਤਲਾਨਾ ਹਮਲਾ ਹੋਇਆ। ਭੋਗਪੁਰ ਤੋਂ ਇਹ ਖਬਰ ਆਈ ਹੈ ਜਿੱਥੇ ਕਿ ਪੀਟੀਸੀ ਨਿਊਜ਼ ਦੇ ਪੱਤਰਕਾਰ ਤੇ ਕਾਤਲਾਨਾ ਹਮਲਾ ਹੋਇਆ ਹੈ। ਪਿੰਡ ਪਟਨੂਰਾ ਦੇ ਕਾਂਗਰਸੀ ਸਰਪੰਚ ਦੀ ਸ਼ਹਿ ਤੇ ਉਸਦੇ ਗੁੰਡਿਆਂ ਵੱਲੋਂ ਇਹ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ। ਦੱਸਦੀ ਕਿ ਪੱਤਰਕਾਰ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਖਮੀ ਹਾਲਤ ਵਿੱਚ ਪੱਤਰਕਾਰ ਹੁਸਨ ਲਾਲ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਸਰਪੰਚ ਵੱਲੋਂ ਪਿੰਡ ਦੀਆਂ ਕੁਝ ਔਰਤਾਂ ਨਾਲ ਕੀਤੀ ਧੱਕੇਸ਼ਾਹੀ ਦੀ ਖਬਰ ਕਵਰ ਕਰਨ ਲਈ ਪੀਟੀਸੀ ਨਿਊਜ਼ ਦਾ ਪੱਤਰਕਾਰ ਗਿਆ ਸੀ। ਪੱਤਰਕਾਰ ਦੇ ਕੈਮਰਾਮੈਨ ਨੇ ਕਿਸੇ ਦੇ ਘਰ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ। ਫਿਲਹਾਲ ਜ਼ਖਮੀ ਹਾਲਤ ਵਿੱਚ ਪੀਟੀਸੀ ਨਿਊਜ਼ ਦੇ ਇਸ ਪੱਤਰਕਾਰ ਹੁਸਨ ਲਾਲ ਨੂੰ ਹੁਣ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਸਨੇ ਆਪਣੀ ਹੱਡ ਬੀਤੀ ਵੀ ਦੱਸੀ ਹੈ। ਸੋ ਭੋਗਪੁਰ ਤੋਂ ਪੀਟੀਸੀ ਨਿਊਜ਼ ਦੇ ਜੋ ਪੱਤਰਕਾਰ ਉਸਤੇ ਕਾਤਲਾਨਾ ਹਮਲਾ ਕੀਤਾ ਗਿਆ ਹੈ। ਪਿੰਡ ਪਟਨੂਰਾ ਦੇ ਕਾਂਗਰਸੀ ਸਰਪੰਚ ਦੀ ਸ਼ਹਿ ਤੇ ਉਸਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਦੱਸਦੇ ਕਿ ਪੱਤਰਕਾਰ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਖਮੀ ਹਾਲਤ ਵਿੱਚ ਪੀਟੀਸੀ ਨਿਊਜ਼ ਦੇ ਪੱਤਰਕਾਰ ਹੁਸਨ ਲਾਲ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਦੱਸਦੇ ਕਿ ਸਰਪੰਚ ਵੱਲੋਂ ਪਿੰਡ ਦੀਆਂ ਕੁਝ ਔਰਤਾਂ ਨਾਲ ਕੀਤੀ ਧੱਕੇਸ਼ਾਹੀ ਦੀ ਖਬਰ ਕਵਰ ਕਰਨ ਗਿਆ ਸੀ ਪੱਤਰਕਾਰ ਹੁਸਨ ਲਾਲ, ਜਿਸ ਨੂੰ ਕਿ ਫਿਰ ਗੁੱਸਾ ਕੁੱਟਮਾਰ ਕੀਤੀ ਗਈ। ਪੱਤਰਕਾਰ ਦੇ ਕੈਮਰਾਮੈਨ ਨੇ ਕਿਸੇ ਤਰ੍ਹਾਂ ਦੇ ਨਾਲ ਘਰ 'ਚ ਕਿਸੇ ਦੇ ਲੁੱਕ ਕੇ ਆਪਣੀ ਜਾਨ ਬਚਾਈ। ਫਿਲਹਾਲ ਹੁਣ ਹੁਸਨ ਲਾਲ ਇਸ ਵੇਲੇ ਜ਼ੇਰੇ ਇਲਾਜ ਹੈ। ਹਸਪਤਾਲ ਜ਼ਖਮੀ ਹਾਲਤ ਉਸ ਨੂੰ ਭਰਤੀ ਕਰਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਸਾਰੇ ਪੱਤਰਕਾਰ ਦੇ ਕੈਮਰਾਮੈਨ ਨੇ ਕਿਸੇ ਦੇ ਘਰ 'ਚ ਲੁੱਕ ਕੇ ਵਸੀ ਆਪਣੀ ਜਾਨ ਬਚਾਈ। ਪੱਤਰਕਾਰ ਦੇ ਕੈਮਰਾਮੈਨ ਨੇ ਕਿਸ ਤਰ੍ਹਾਂ ਆਪਣੀ ਜਾਨ ਜਿਹੜੀ ਹੈ ਬਚਾਈ ਹੈ, ਲੇਕਿਨ ਇਸ ਵੇਲੇ ਜ਼ਖਮੀ ਹਾਲਤ ਵਿੱਚ ਸਾਰੇ ਪੱਤਰਕਾਰ ਹੁਸਨ ਲਾਲ ਉਹ ਇਸ ਵੇਲੇ ਜ਼ਖਮੀ ਹਾਲਤ ਵਿੱਚ ਜ਼ੇਰੇ ਇਲਾਜ ਹੈ। ਦੱਸਦੀ ਕਿ ਸਰਪੰਚ ਵੱਲੋਂ ਪਿੰਡ ਦੀਆਂ ਕੁਝ ਔਰਤਾਂ ਨਾਲ ਕੀਤੀ ਧੱਕੇਸ਼ਾਹੀ ਦੀ ਖਬਰ ਕਵਰ ਕਰਨ ਗਿਆ ਸੀ ਪੱਤਰਕਾਰ ਹੁਸਨ ਲਾਲ, ਜਿਸ ਦੇ ਨਾਲ ਫਿਰ ਇੱਥੇ ਕੁੱਟਮਾਰ ਕੀਤੀ ਗਈ। ਪੱਤਰਕਾਰ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ। ਦੱਸਦੇ ਕਿ ਪਿੰਡ ਪਟਨੂਰਾ ਦੇ ਕਾਂਗਰਸੀ ਸਰਪੰਚ ਤੇ ਇਲਜ਼ਾਮ ਲੱਗੇ ਨੇ, ਜਿਸ ਦੀ ਸ਼ਹਿ ਤੇ ਉਸਦੇ ਗੁੰਡਿਆਂ ਵੱਲੋਂ ਪੀਟੀਸੀ ਨਿਊਜ਼ ਦੇ ਪੱਤਰਕਾਰ ਹੁਸਨ ਲਾਲ ਨੂੰ ਅਗਵਾ ਕਰਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਦੇ 4 ਸੱਟ ਲੱਗੀਆਂ ਹੈਗੀਆਂ। बैग 'ਚ 2 सट्टां है, एक थाई ते है, एक जिहड़ी हैगी ਕੰਨ ਦੇ ਵਿੱਚ ਕੰਪਲੇਨਸ ਆਫ ਪੇਨ। ठीक ना 3 सट्टां ਲਈ ਅਸੀਂ ਨੂੰ ਐਕਸਰੇ ਐਡਵਾਈਜ਼ ਕੀਤੇ ਹੈਗੇ ਆ ਤੇ ਇੱਕ ਸੱਟ ਵਾਸਤੇ ENT ਸਰਜਨਸ ਓਪੀਨੀਅਨ ਲਈ ਸਿਵਲ ਹਸਪਤਾਲ ਜਲੰਧਰ ਵਾਸਤੇ ਭੇਜਣਾ ਹੈਗਾ। ਸਾਨੂੰ ਇੱਕ ਕਾਲ ਆ ਰਹੀ ਸੀ ਕਿ ਸਾਡੇ ਨਾਲ ਨਾ ਪਿੰਡ ਦੇ ਸਰਪੰਚ ਜਿਹੜੇ ਹੈਗੇ ਆ ਸਰਬਜੀਤ ਸਿੰਘ, ਉਹਨਾਂ ਵੱਲੋਂ ਤੇ ਉਹਨਾਂ ਦੇ ਕੁਝ ਬੰਦਿਆਂ ਵੱਲੋਂ ਸਾਡੇ ਨਾਲ ਧੱਕਾ ਕੀਤਾ ਗਿਆ ਪਿੰਡ ਦੇ ਪਾਣੀ ਨੂੰ ਲੈ ਕੇ। ਛਾਣਬੀਣ ਕਰ ਹੀ ਰਹੇ ਸੀਗੇ ਤੇ ਚਾਹ ਵਗੈਰਾ ਪੀ ਕੇ ਜਿੱਦਾਂ ਹੀ ਅਸੀਂ ਬਾਹਰ ਨਿਕਲੇ, ਮੈਂ ਉੱਥੇ ਕਿਹਾ, ਮੈਂ ਕਿਹਾ ਚਲੋ ਤੁਹਾਡਾ ਲੋਕਲ ਜਿਹੜਾ ਹੈਗਾ ਮਸਲਾ ਤੁਹਾਡਾ ਪਰਿਵਾਰਕ ਜਾਂ ਜਿਹੜਾ ਹੈਗਾ ਪਰਿਵਾਰ 'ਚ ਬੈਠ ਕੇ ਨਿਬੜ ਜਾਣਾ। ਇਹਨਾਂ ਨੇ ਸਾਡੇ 'ਤੇ ਹਮਲਾ ਕਰਤਾ ਭਾਜੀ ਸਾਨੂੰ ਪੁੱਛਣ ਤੋਂ ਬਿਨਾਂ, ਅਤੇ ਅਸੀਂ ਮੈਨੂੰ ਜਦੋਂ ਕੁੱਟਣ ਲੱਗ ਪਏ ਮੈਂ ਉੱਥੋਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਨਿਕਲਿਆ ਗੱਡੀ ਛੱਡ ਕੇ। ਜਦੋਂ ਮੈਨੂੰ ਕੁੱਟ ਰਹੇ ਸੀ ਅਤੇ ਕਹਿੰਦੇ ਸੀ ਇਹਨੂੰ ਮਾਰ ਦਿਓ, ਸਰਕਾਰ ਸਾਡੀ ਆਪਣੀ ਆ, ਸਾਡਾ ਕੁਛ ਨਹੀਂ ਹੋਣਾ। ਅਤੇ ਮੈਨੂੰ ਜਾਤੀ ਪਾਤੀ ਸ਼ਬਦ ਮੇਰੇ ਧਰਮ ਦੇ ਖਿਲਾਫ ਵੀ ਇਹਨਾਂ ਨੇ ਬੋਲੇ ਆ ਅਤੇ ਮੈਨੂੰ ਕਹਿੰਦੇ ਸੀ ਇਹਨੂੰ ਮਾਰ ਦਿਓ, ਸਰਕਾਰ ਸਾਡੀ ਆ ਅਤੇ ਇਹਨਾਂ ਨੂੰ ਜਿੱਦਾਂ ਜੋ ਮਰਜ਼ੀ ਜਿੱਥੇ ਮਰਜ਼ੀ ਭੱਜ ਜਾਣ। ਮਹਿਕਮਾ ਸਾਡਾ, ਅਸੀਂ ਕਿਸੇ ਵੀ ਅਧਿਕਾਰੀ ਨੂੰ ਫੋਨ ਕਰਕੇ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਰਨੀ। ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਜਿਹੜਾ ਹੈਗਾ ਮੈਨੂੰ ਇਨਸਾਫ ਦਿੱਤਾ ਜਾਵੇ। ਔਰ ਜੋ ਸਾਡੇ ਨਾਲ ਅੱਜ ਹੋਈ ਹੈ, ਜੇ ਅਸੀਂ ਪੱਤਰਕਾਰ ਜਿਹੜੀ ਹੈਗੀ ਲੋਕਾਂ ਦੀ ਆਵਾਜ਼ ਉਠਾਉਂਦੇ ਹਾਂ, ਜੇ ਉਹ ਹੀ ਨਹੀਂ ਇੱਥੇ ਠੀਕ ਰਹਿਣਗੇ ਤਾਂ ਫਿਰ ਬਾਕੀ ਜਨਤਾ ਦਾ ਕੀ ਹਾਲ ਹੋਊਗਾ। ਸਰਪੰਚ ਦੇ ਨਾਲ ਜਿਹੜੇ ਮੇਨ ਉਹਦੇ ਨਾਲ ਹੁੰਦੇ ਆ ਸਾਰੇ, ਉਹ ਸਾਰਿਆਂ ਨੇ ਮੈਨੂੰ ਜਿਹੜਾ ਕੁੱਟਿਆ ਔਰ ਉਹਨਾਂ ਨੇ ਫੋਨ ਕਰਕੇ ਹੋਰ ਨੂੰ ਵੀ ਬੁਲਾਇਆ ਉਹਨਾਂ ਨੇ। ਕਹਿੰਦੇ ਤੇ ਪਰਿਵਾਰ ਨੂੰ ਵੀ ਚੱਕਣਾ ਵਾ ਤਾਂ ਇਹਨੂੰ ਵੀ ਜਿੱਦਾਂ ਏਰੀਏ 'ਚ ਰਹਿਣ ਦੇਣਾ, ਕਿਸੇ ਨਾ ਕਿਸੇ ਨੂੰ ਜਿੱਦਾਂ ਹੈਗਾ ਮਰਵਾ ਦੇਣਾ। ਮੈਨੂੰ ਖਤਰਾ, ਮੇਰੇ ਪਰਿਵਾਰ ਨੂੰ ਵੀ ਖਤਰਾ ਹੈ। ਸੋ ਇਸ ਵੇਲੇ ਜਲੰਧਰ ਦੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਭੋਗਪੁਰ ਤੋਂ ਪੀਟੀਸੀ ਨਿਊਜ਼ ਦੇ ਪੱਤਰਕਾਰ ਹੁਸਨ ਲਾਲ, ਜਿਸ ਤੇ ਕਿ ਕਾਤਲਾਨਾ ਹਮਲਾ ਕੀਤਾ ਗਿਆ, ਜੋ ਕਿ ਆਪਣੀ ਬੀਤੀ ਵੀ ਇਸ ਵੇਲੇ ਹਸਪਤਾਲ 'ਚ ਦੱਸ ਰਹੇ ਸਨ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਪਤਰਸ ਮਸੀਹ ਸਾਡੇ ਨਾਲ ਜੁੜ ਚੁੱਕੇ ਨੇ। ਪਤਰਸ, ਬੜੀ ਹੈਰਾਨੀ ਔਰ ਅਤੇ ਪਰੇਸ਼ਾਨ ਕਰਨ ਵਾਲੀ ਇਹ ਖਬਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਪੱਤਰਕਾਰ ਜੋ ਕਿ ਆਪਣੀ ਡਿਊਟੀ ਕਰ ਰਿਹਾ ਸੀ, ਖਬਰ ਕਵਰ ਕਰਨ ਗਿਆ, ਨਾ ਸਿਰਫ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਪਰ ਜਿਸ ਤਰ੍ਹਾਂ ਦੇ ਨਾਲ ਧਮਕੀ ਦਿੱਤੀ ਗਈ ਕਿ ਇਸ ਨੂੰ ਜਾਨੋਂ ਹੀ ਮਾਰਤਾ ਜਾਏ ਔਰ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ। ਇਹ ਆਪਣੇ ਆਪ 'ਚ ਕਿਸ ਤਰ੍ਹਾਂ ਦੇ ਨਾਲ ਦੀ ਤਸਵੀਰ ਪੇਸ਼ ਕਰ ਰਿਹਾ ਇਸ ਵੇਲੇ ਸੂਬੇ? ਜੀਰਾ ਤਾਂ ਵੇਖੋ, ਇਸ ਨੂੰ ਸੱਤਾ ਦੇ ਨਸ਼ੇ 'ਚ ਚੂਰ ਕਾਂਗਰਸੀਆਂ ਦੀ ਜੇਕਰ ਗੁੰਡਾਗਰਦੀ ਆਖਿਆ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ, ਕਿਉਂਕਿ ਕੁਝ ਦਿਨ ਪਹਿਲਾਂ ਇਸੇ ਸਰਪੰਚ ਦੇ ਗੁੰਡਿਆਂ ਦੇ ਵੱਲੋਂ ਪਿੰਡ ਦੇ ਕੁਝ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ। ਇੱਕ ਬਜ਼ੁਰਗ ਦੀ ਸਾਡੇ ਕੋਲੇ ਵੀਡੀਓ ਵੀ ਆਈ ਹੈ। ਉਹ ਬਜ਼ੁਰਗ ਦੱਸ ਰਿਹਾ ਕਿ ਸਾਡੇ ਘਰ ਦੀਆਂ ਔਰਤਾਂ ਨੂੰ ਕੁੱਟਿਆ ਇਹਨਾਂ ਦੇ ਬੰਦਿਆਂ ਨੇ ਆ ਕੇ, ਔਰਤਾਂ ਦੇ ਕੱਪੜੇ ਤੱਕ ਪਾੜੇ ਗਏ ਨੇ ਔਰ ਉਹਨਾਂ ਔਰਤਾਂ ਦੇ ਵੱਲੋਂ ਫੋਨ ਕਰਨ ਤੇ ਹੀ ਸਾਡਾ ਪੱਤਰਕਾਰ ਉੱਥੇ ਉਹਨਾਂ ਦੀ ਕਵਰੇਜ ਕਰਨ ਗਿਆ ਸੀਗਾ। ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਮੀਡੀਆ ਉਸ ਪੀੜਤ ਪਰਿਵਾਰ ਦੀ
ਆਵਾਜ਼ ਚੁੱਕਣ ਵਾਸਤੇ ਆਇਆ ਤਾਂ ਇਹਨਾਂ ਨੇ ਸਾਡੇ ਪੱਤਰਕਾਰ ਸਾਥੀ ਉੱਤੇ ਹੀ ਹਮਲਾ ਕਰ ਦਿੱਤਾ। ਉਸ ਨੂੰ ਮੋਟਰਸਾਈਕਲ ਉੱਤੇ ਅਗਵਾ ਕਰਕੇ ਲੈ ਗਏ, ਖੇਤਾਂ ਦੇ ਵਿੱਚ ਲਿਜਾ ਕੇ ਉਸ ਨੂੰ ਫਿਰ ਕੁੱਟਿਆ। ਫਿਰ ਉਹ ਵਿਚਾਰਾ ਕਿਸੇ ਤਰੀਕੇ ਦੇ ਨਾਲ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ। 3-4 ਘੰਟੇ ਕਿਸੇ ਦੇ ਘਰੇ ਲੁਕਿਆ ਰਿਹਾ। ਉਸਦਾ ਫੋਨ ਤੱਕ ਖੋਲਿਆ ਗਿਆ। ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਧਮਕਾਇਆ ਵੀ ਗਿਆ। ਪਰ ਜਦੋਂ ਅਸੀਂ ਉਸ ਨੂੰ ਲੈ ਕੇ ਦੇਰ ਰਾਤ ਮੈਂ ਹਸਪੀਟਲ ਪਹੁੰਚਾ ਤਾਂ ਬੇਹੱਦ ਘਬਰਾਇਆ ਹੋਇਆ ਸੀਗਾ। ਸਾਨੂੰ ਸਭ ਤੋਂ ਪਹਿਲਾਂ ਇਹੀ ਸੀ ਕਿ ਇਸ ਦੀ ਜਾਨ ਬਚਾਈ ਜਾਵੇ, ਇਸ ਨੂੰ ਮੁੱਢਲਾ ਜਿਹੜਾ ਇਲਾਜ ਦਵਾਇਆ ਜਾਵੇ ਤਾਂ ਜੋ ਜਿਹੜੀ ਇਸ ਦੀ ਜਿਹੜੀ ਸਥਿਤੀ ਹੈ ਉਹ ਠੀਕ ਹੋ ਸਕੇ। ਪਰ ਜਿਸ ਤਰੀਕੇ ਨਾਲ ਇਹ ਸਾਰੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ, ਸਿੱਧਾ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਕਾਂਗਰਸੀਆਂ ਦੀ ਗੁੰਡਾਗਰਦੀ ਜਿਹੜੀ ਆ ਉਹ ਸ਼ਰੇਆਮ ਨਜ਼ਰ ਆ ਰਹੀ ਹੈ। ਕਿਸ ਤਰੀਕੇ ਨਾਲ ਆਪਣੀ ਧੌਂਸ ਜਮਾ ਰਹੇ ਨੇ ਆਮ ਲੋਕਾਂ ਦੇ ਉੱਤੇ, ਔਰ ਜਿਹੜੇ ਕਿ ਲੋਕਾਂ ਦੀ ਆਵਾਜ਼ ਉਠਾ ਰਿਹਾ ਜਿਹੜਾ ਮੀਡੀਆ ਹੈ ਉਸ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਤੌਰ ਤੇ ਪੱਤਰਕਾਰਾਂ ਦੇ ਉੱਤੇ ਜਿਸ ਤਰੀਕੇ ਨਾਲ ਹਮਲੇ ਕੀਤੇ ਜਾ ਰਹੇ ਨੇ, ਸਾਡੇ ਜਿਹੜੇ ਪੱਤਰਕਾਰ ਸਾਥੀ ਦੇ ਉੱਤੇ ਹਮਲਾ ਕੀਤਾ ਗਿਆ। ਪਹਿਲਾਂ ਉਸ ਨੂੰ ਜਿਹੜਾ ਪੀੜਤ ਪਰਿਵਾਰ ਸੀਗਾ ਪਿੰਡ ਦਾ, ਜਿਹਨਾਂ ਦੀ ਖਬਰ ਕਰਨ ਵਾਸਤੇ ਗਿਆ ਸੀ, ਪਹਿਲਾਂ ਉਹਨਾਂ ਦੇ ਘਰ ਦੇ ਬਾਹਰ ਕੁੱਟਿਆ। ਫਿਰ ਇਸ ਨੂੰ ਧੂ ਕੇ ਜਿਹੜੇ ਦੱਸ ਰਿਹਾ ਕਿ 10 ਤੋਂ 15 ਲੋਕ ਸਨ, ਇਸ ਨੂੰ ਮੋਟਰਸਾਈਕਲ ਤੇ ਲੱਦ ਕੇ ਲੈ ਗਏ ਕਿਸੇ ਹੋਰ ਪਿੰਡ ਦੇ ਬਾਹਰ ਵਾਲੇ ਪਾਸੇ, ਉੱਥੇ ਲਿਜਾ ਕੇ ਇਸ ਨਾਲ ਕੁੱਟਮਾਰ ਕੀਤੀ ਹੈ, ਜਾਨੋਂ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ ਹਾਲਾਤ ਨਹੀਂ, ਇਹ ਬਿਆਨ ਕਰ ਰਹੇ ਨੇ ਕਿ ਕਿਸ ਕਦਰ ਜਿਹੜੇ ਸੱਤਾਧਾਰੀ ਧਿਰ ਦੇ ਜਿਹੜੇ ਲੋਕ ਹੈਗੇ ਨੇ ਇਸ ਵਕਤ ਕਿਸ ਕਦਰ ਸੱਤਾ ਦੇ ਨਸ਼ੇ ਵਿੱਚ ਚੂਰ ਹੈਗੇ ਨੇ, ਕਿਵੇਂ ਧਮਕੀਆਂ ਦੇ ਰਹੇ ਨੇ ਲੋਕਾਂ ਨੂੰ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ। ਸੋ ਇਹ ਹਾਲਾਤ ਹੈਗੇ ਨੇ ਇਸ ਵਕਤ ਪੰਜਾਬ ਦੇ। ਜੀ ਬਿਲਕੁਲ, ਇਸ ਵੇਲੇ ਜੋ ਹਾਲਾਤ ਨੇ, ਕਿਉਂਕਿ ਇਹ ਹੱਡਬੀਤੀ ਪੱਤਰਕਾਰ ਤੇ ਬੀਤੀ ਹੈ ਔਰ ਜਿਸ ਦੇ ਨਾਲ ਨਾ ਸਿਰਫ ਕੁੱਟਿਆ ਗਿਆ, ਜਾਨੋਂ ਮਾਰਨ ਦੀ ਪੂਰੀ ਕੋਸ਼ਿਸ਼ ਧਮਕੀ ਦਿੱਤੀ ਗਈ ਹੈ। ਔਰ ਇਹ ਜਿਹੜਾ ਹੈ, ਜਿਸ ਤਰ੍ਹਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਨਸ਼ੇ ਦੇ ਵਿੱਚ ਜਿਹੜਾ ਇਸ ਵੇਲੇ ਨੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ, ਕਿ ਕਿਸੇ ਦਾ ਖੌਫ ਨਹੀਂ ਹੈ, ਕਿਸੇ ਦਾ ਡਰ ਨਹੀਂ ਹੈ, ਆਪਣੀ ਸਰਕਾਰ ਹੋਣ ਦੀ ਧੌਂਸ ਜਿਹੜੀ ਹੈ ਉਹ ਜਤਾਈ ਜਾ ਰਹੀ ਹੈ। ਹੁਣ ਇਸ ਮਾਮਲੇ 'ਚ ਅੱਗੇ ਕੀ ਕੁਝ ਕਾਰਵਾਈ ਹੋ ਰਹੀ ਹੈ? ਜਿਹਦਾ ਤਾਂ ਵੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਸੀਗਾ ਕਿ ਜਦੋਂ ਅਸੀਂ ਇਸ ਨੂੰ ਰਾਤੀ ਵੇਖਿਆ, ਅਸੀਂ ਹਾਲਤ ਵੇਖੀ ਹੈ, ਕਾਫੀ ਸਹਿਮਿਆ ਹੋਇਆ, ਕਾਫੀ ਡਰਿਆ ਹੋਇਆ, ਕਿਉਂਕਿ ਇੱਕ ਪਿੰਡ ਦੇ ਵਿੱਚ ਜਦੋਂ ਇੱਕ ਪਿੰਡ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਨੂੰ ਪੈ ਗਏ, ਉੱਥੇ ਕੋਈ ਇਸ ਦੀ ਜਾਣ ਪਛਾਣ ਨਹੀਂ, ਕੋਈ ਬਚਾਉਣ ਵਾਲਾ ਨਹੀਂ, ਕਿਸੇ ਤਰੀਕੇ ਨਾਲ ਇਸ ਨੇ ਦੌੜ ਭੱਜ ਕਰਕੇ ਆਪਣੀ ਜਾਨ ਬਚਾਈ ਆ। ਕਿਸੇ ਦੇ ਘਰ ਅੰਦਰ ਲੁੱਕ ਕੇ ਉੱਥੋਂ ਸਾਨੂੰ ਕਿਸੇ ਦੇ ਨੰਬਰ ਤੋਂ ਫੋਨ ਆਇਆ ਕਿ ਤੁਹਾਡਾ ਇੱਥੇ ਜਿਹੜਾ ਸਾਥੀ ਹੈ ਉਸ 'ਤੇ ਹਮਲਾ ਹੋ ਗਿਆ, ਤੁਸੀਂ ਇਸ ਨੂੰ ਅੱਗੇ ਬਚਾ ਲਓ। ਇਸ ਨੂੰ ਲੈ ਕੇ ਜਦੋਂ ਅਸੀਂ ਹਸਪੀਟਲ ਪਹੁੰਚੇ ਔਰ ਉਸ ਤੋਂ ਬਾਅਦ ਜਿਹੜੀ ਇਸ ਦੀ ਮੁੱਢਲੀ ਅਸੀਂ ਜਿਹੜੀ ਜਾਂਚ ਕਰਵਾਈ ਹੈ, ਸੱਟਾਂ ਕੁਛ ਹੈਗੀਆਂ ਨੇ ਜਿਹੜੀਆਂ ਡਾਕਟਰ ਨੇ ਸਾਨੂੰ ਦੱਸਿਆ ਨੇ ਕਿ ਪਿੱਠ 'ਤੇ ਸੱਟਾਂ ਨੇ, ਲੱਤਾਂ 'ਤੇ ਨੇ, ਇੱਕ ਜਿਹੜਾ ਕੰਨ ਹੈ ਖੱਬਾ ਕੰਨ, ਉਸ ਤੋਂ ਇਸ ਨੂੰ ਜਿਹੜੀ ਆ ਫਿਲਹਾਲ ਬੁਰੀ ਤਰ੍ਹਾਂ ਦੇ ਨਾਲ ਇਸ ਨਾਲ ਕੁੱਟਮਾਰ ਕੀਤੀ ਗਈ ਹੈ। ਔਰ ਹੁਣ ਅੱਜ ਜਿਹੜੀ ਅਗਲੀ ਦੀ ਕਾਰਵਾਈ ਹੋਏਗੀ, ਜਿਹੜੇ ਪੁਲਿਸ ਦੇ ਕੋਲ ਬਿਆਨ ਜਿਹੜੇ ਕਲਮਬੰਦ ਕਰਾਏ ਜਾਣਗੇ, ਸਾਰੀ ਜਿਹੜੀ ਅਗਲਾ ਪ੍ਰੋਸੈਸ ਹੈ। ਪਰ ਇਹ ਹੈ ਕਿ ਹੁਣ ਦੇਖਣਾ ਹੈ ਵੀ ਸਾਨੂੰ ਇਨਸਾਫ ਕਿਸ ਤਰੀਕੇ ਨਾਲ ਪੁਲਿਸ ਕਰਦੀ, ਕਿਉਂਕਿ ਸੱਤਾ ਧਿਰ ਦੇ ਵੱਲੋਂ ਜਿਸ ਤਰੀਕੇ ਨਾਲ ਧਮਕਾਇਆ ਜਾ ਰਿਹਾ ਇਹਨਾਂ ਦੇ ਬੰਦਿਆਂ ਦੇ ਵੱਲੋਂ ਕਿ ਸਾਡੀ ਸਰਕਾਰ ਹੈ, ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕਦੇ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਪਹਿਲਾਂ ਪਿੰਡ ਦੇ ਹੀ ਲੋਕਾਂ ਦੇ ਨਾਲ ਵਧੀਕੀ ਕੀਤੀ ਜਾਂਦੀ ਹੈ, ਪਾਣੀ ਨੂੰ ਲੈ ਕੇ ਉਹਨਾਂ ਨਾਲ ਝਗੜਾ ਕੀਤਾ ਜਾਂਦਾ। ਫਿਰ ਜਦੋਂ ਉਹ ਲੋਕ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਨੇ, ਪ੍ਰਸ਼ਾਸਨ ਤੱਕ ਪਹੁੰਚਾਉਣਾ ਚਾਹੁੰਦੇ ਨੇ, ਜਿਹੜੇ ਲੋਕ ਉਹਨਾਂ ਦਾ ਸਹਾਰਾ ਬਣਦੇ ਨੇ, ਫਿਰ ਦੁਬਾਰਾ ਉਹਨਾਂ ਦੇ ਉੱਤੇ ਵੀ ਅਟੈਕ ਕੀਤਾ ਜਾਂਦਾ। ਕਿੰਨੀ ਵੱਡੀ ਗੁੰਡਾਗਰਦੀ ਅਸੀਂ ਇਸ ਨੂੰ ਕਹਿ ਸਕਦੇ ਹਾਂ। ਬਿਲਕੁਲ ਸਰੇਆਮ ਗੁੰਡਾਗਰਦੀ ਹੈ। ਔਰ ਜੇ ਕਿਸੇ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਦੇ ਨਾਲ ਇਹ ਘਟਨਾ ਵਾਪਰ ਸਕਦੀ ਹੈ ਤਾਂ ਆਮ ਲੋਕਾਂ ਦੀ ਹਾਲਤ ਦਾ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨੀ ਕੁ ਸੁਣਵਾਈ ਔਰ ਕਿੰਨਾ ਕੁ ਉਹਨਾਂ ਨੂੰ ਇਨਸਾਫ ਮਿਲੇਗਾ। ਔਰ ਅਜਿਹੇ ਵਿੱਚ ਹੁਣ ਕਿਸ ਤਰ੍ਹਾਂ ਦੇ ਨਾਲ ਪੁਲਿਸ ਪ੍ਰਸ਼ਾਸਨ ਕੰਮ ਕਰਦਾ ਹੈ ਵੇਖਣਾ ਬਹੁਤ ਅਹਿਮ ਹੋਏਗਾ। ਜੀ ਦਾਦਾ, ਬਿਲਕੁਲ। ਹੁਣ ਇਹੀ ਹੁਣ ਅਸੀਂ ਵੇਖਦੇ ਹਾਂ ਕਿ ਪੁਲਿਸ ਕਿਸ ਤਰੀਕੇ ਨਾਲ ਕਾਰਵਾਈ ਕਰਦੀ ਹੈ, ਕਿ ਜਿਹੜੀ ਸਿਆਸੀ ਜਿਹੜੀ ਦਬਾਅ ਪੈਂਦਾ ਉਸ ਦੇ ਤਹਿਤ ਕੋਈ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਾਂ ਕਿਸ ਤਰੀਕੇ ਨਾਲ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ। ਪਰ ਸਭ ਤੋਂ ਵੱਡਾ ਸਵਾਲ, ਜਿਵੇਂ ਅਸੀਂ ਵਾਰ-ਵਾਰ ਇਹੀ ਆਖ ਰਹੇ ਹਾਂ, ਕਿ ਕਿਸ ਕਦਰ ਸੱਤਾ ਦਾ ਨਸ਼ਾ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ, ਕਿਸ ਕਦਰ ਲੋਕਾਂ ਨੂੰ ਧਮਕਾਇਆ ਜਾ ਰਿਹਾ, ਲੋਕਾਂ ਨੂੰ ਡਰਾਇਆ ਜਾ ਰਿਹਾ। ਈਵਨ ਕਿ ਜਿਹੜੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਮੀਡੀਆ ਕਰਮੀ ਹੈ, ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਉਹਨਾਂ ਨੂੰ ਅਗਵਾ ਕਰਕੇ ਕੁੱਟਿਆ ਜਾ ਰਿਹਾ, ਉਹਨਾਂ ਨੂੰ ਜਾਨੋਂ ਮਾਰਨ ਤੱਕ ਦੀਆਂ ਧਮਕੀਆਂ। ਇਹ ਜੋ ਸਾਡਾ ਸਾਥੀ ਦੱਸ ਰਿਹਾ ਕਿ ਮੈਨੂੰ ਜਾਨੋਂ ਮਾਰਨ ਤੱਕ ਦੀ ਧਮਕੀ ਦਿੱਤੀ ਗਈ ਹੈ, ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ, ਇਹ ਆਖਿਆ ਗਿਆ ਕਿ ਜੇਕਰ ਤੂੰ ਦੁਬਾਰਾ ਪੱਤਰਕਾਰੀ ਸਾਡੇ ਇਲਾਕੇ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਆਪਣਾ ਖਾਮਿਆਜਾ ਭੁਗਤਣ ਵਾਸਤੇ ਤਿਆਰ ਰਹੀ। ਅਜਿਹੀਆਂ ਜਿਹੜੀਆਂ ਗੱਲਾਂ ਜਦੋਂ ਕੀਤੀਆਂ ਜਾਂਦੀਆਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਥੇ ਖੜਾ ਸਾਡਾ ਅਮਨ ਕਾਨੂੰਨ, ਕਿੱਥੇ ਕੀ ਹਾਲਾਤ ਨੇ ਪੰਜਾਬ ਦੇ ਇਸ ਵਕਤ। ਬਿਲਕੁਲ ਪਤਰਸ, ਤੁਸੀਂ ਸਾਡੇ ਨਾਲ ਜੁੜੇ ਰਹੋ। ਅਸੀਂ ਆਪਣੇ ਦਰਸ਼ਕਾਂ ਨੂੰ ਉਹ ਵੀ ਦਿਖਾਉਂਦੇ ਹਾਂ ਕਿ ਕਿਹੜੀ ਖਬਰ ਔਰ ਕਿਹਨਾਂ ਲੋਕਾਂ ਦੀ ਖਬਰ ਕਵਰ ਕਰਨ ਲਈ ਸਾਡੇ ਪੱਤਰਕਾਰ ਹੁਸਨ ਲਾਲ ਗਏ ਸਨ, ਜਿਨ੍ਹਾਂ ਦੇ ਚਲਦਿਆਂ ਇਸ ਪੱਤਰਕਾਰ ਤੇ ਫਿਰ ਇਹ ਹਮਲਾ ਹੋਇਆ ਔਰ ਇਹ ਗੁੰਡਾਗਰਦੀ ਦਾ ਨੰਗਾ ਨਾਚ ਚੜਾ ਹੈ ਇੱਥੇ ਵੇਖਣ ਨੂੰ ਮਿਲਿਆ। ਸੋ ਫਿਲਹਾਲ ਉਹ ਲੋਕ ਜਿਨ੍ਹਾਂ ਦੇ ਨਾਲ ਬਦਸਲੂਕੀ ਕੀਤੀ ਗਈ, ਕੱਪੜੇ ਤੱਕ ਉਹਨਾਂ ਦੇ ਫਾੜੇ ਗਏ, ਸੋ ਉਹ ਪਰਿਵਾਰਿਕ ਮੈਂਬਰ, ਉਹ ਲੋਕ ਜਿਨ੍ਹਾਂ ਨੇ ਇੱਥੇ ਸਰਪੰਚ ਤੇ ਗੁੰਡਾਗਰਦੀ ਦਾ ਇਲਜ਼ਾਮ ਲਗਾਇਆ ਔਰ ਉਸੇ ਖਬਰ ਨੂੰ ਕਵਰ ਕਰਨ ਦੇ ਲਈ ਹੀ ਸਾਡੇ ਪੱਤਰਕਾਰ ਤੇ ਕੈਮਰਾਮੈਨ ਗਏ ਸਨ, ਜਿੱਥੇ ਕਿ ਸਾਡੇ ਪੱਤਰਕਾਰ ਤੇ ਵੀ ਇਹ ਜਾਨਲੇਵਾ ਹਮਲਾ ਹੋਇਆ। ਸੋ ਕੀ ਹਾਲਾਤ ਨੇ ਇਸ ਵੇਲੇ ਇੱਥੇ ਪਿੰਡ ਵਿੱਚ ਔਰ ਸੂਬੇ ਦੇ ਵਿੱਚ, ਇਹਨਾਂ ਘਟਨਾਵਾਂ ਤੋਂ ਅੰਦਾਜ਼ਾ ਜਿਹੜਾ ਹੈ ਲਗਾਇਆ ਜਾ ਸਕਦਾ ਹੈ ਕਿ ਕਿਸ ਕਦਰ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਇਹ ਸਰਪੰਚ, ਉਸਦੇ ਕਰਿੰਦੇ
ਜਿਹੜੇ ਕਿ ਸਾਫ਼ ਤੌਰ ਤੇ ਕਹਿੰਦੇ ਸੁਣਾਈ ਦਿੱਤੇ ਨੇ ਕਿ ਉਹਨਾਂ ਦੀ ਸਰਕਾਰ ਹੈ ਔਰ ਕੋਈ ਉਹਨਾਂ ਨੂੰ ਹੱਥ ਨਹੀਂ ਪਾ ਸਕਦਾ ਅਤੇ ਜੋ ਚਾਹੇ ਉਹ ਕਰ ਸਕਦੇ ਨੇ। ਸੋ ਪੀੜਤ ਪਰਿਵਾਰ ਨੇ ਇਨਸਾਫ ਦੀ ਹੁਣ ਮੰਗ ਕੀਤੀ ਹੈ। ਪਿੰਡ ਪਟਨੂਰਾ ਦੇ ਕਾਂਗਰਸੀ ਸਰਪੰਚ ਤੇ ਗੁੰਡਾਗਰਦੀ ਦੇ ਦੋਸ਼ ਲੱਗੇ ਨੇ, ਜਿਸ ਵੱਲੋਂ ਇਹਨਾਂ ਲੋਕਾਂ ਦੇ ਨਾਲ ਗੁੰਡਾਗਰਦੀ ਕੀਤੀ ਗਈ ਹੈ। ਘਰ ਦੀਆਂ ਔਰਤਾਂ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਪਿੰਡ ਦੇ ਸਰਪੰਚ ਤੇ ਲੱਗੇ ਨੇ, ਜਿਸ ਨੂੰ ਲੈ ਕੇ ਹੁਣ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਔਰ ਇਹਨਾਂ ਦੀ ਹੀ ਖਬਰ ਜਿਹੜੀ ਹੈ ਕਵਰ ਕਰਨ ਦੇ ਲਈ ਸਾਡੇ ਪੱਤਰਕਾਰ ਤੇ ਉਹਨਾਂ ਦੇ ਕੈਮਰਾਮੈਨ ਗਏ ਸਨ, ਜਿਤਨਾ ਤੇ ਵੀ ਜਾਨਲੇਵਾ ਹਮਲਾ ਹੋਇਆ, ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਕੈਮਰਾਮੈਨ ਨੇ ਸਾਡੇ ਮਸੀਂ ਕਿਸੇ ਦੇ ਘਰ ਛੁਪ ਕੇ ਆਪਣੀ ਜਾਨ ਬਚਾਈ, ਲੇਕਿਨ किस कदर बेखौफ सत्ता का नशा सिर चढ़ के बोल रहे सरपंच ते अते उसदे गुंडे साथियां ते इस तो अंदाज़ा लगाया जा सकता है। लेकिन बहुत अहम हुण वेखना होएगा कि पुलिस किस तरह दे नाल इस हुण मामले दे विच कार्रवाई करदी है, की कुछ एक्शन इस सरपंच अते उसदे गुंडियां ते लैंदी है। सो पिंड पटनूरा के कांग्रेसी सरपंच से ये इल्जाम लगे ने कि पीड़ित परिवार ने हुण सरपंच के घर दी औरतां दे नाल भी और गुंडागर्दी की, कुटमार की, कपड़े तक फाड़ दिते, जो तस्वीरां तुहानूं असीं विखा रहे हैं। पात्रस तस्वीरां असीं वेख रहे हां उस परिवारिक मैंबरां दियां भी जिन्हां दे नाल बदसलूकी की गई, घर दी औरतां दे कपड़े तक फाड़ दिते गए। असीं किहड़ी स्थिति विच रह रहे हां कि की हालात ने कि इस तरह दे नाल गुंडागर्दी जिहड़ी है वेखण नूं मिल रही है। राधा देखो, पंजाब सरकार के वालों कैप्टन साहब के वालों दावा किया जाता है कि पंजाब के विच साफ सुथरा प्रशासन है, लोगों को इंसाफ मिल रहा, पर जो रियलिटी है जो ग्राउंड लैवल पर है वो तुसीं आप तस्वीरों के विच वेख रहे हो। एक बजुर्ग परिवार है, उन्हां दियां बेटियां भी ने, उन्हां दा पानी नूं लैके झगड़ा हुंदा है और उस परिवार के उत्ते सरपंच के गुंडियां दे वल्लों अटैक किया जाता, उन्हां दियां औरतां तक के कपड़े पड़े जाते हैं, फिर उन्होंने कुटिया भी जाता और उन्होंने आवाज़ भी दवाई जाती है। फिर जो उन्होंने वालों मीडिया को बुलाया जाता तो फिर मीडिया पर अटैक कर दिया जाता। कित्थे है साडा अमन कानून, की कुछ हो रहा पंजाब दे विच, ये तुसीं तस्वीरां जिहड़ियां ने साफ बयान कर रही ने। तो असीं यही गल जिवें पहलां इन्हां ने साडे साथी ने भी दस्सिया कि उसनूं धमकाया गया कि सरकार साडी है, वजारत साडी है, हुक्मरान साडे ने, तुसीं कुछ नहीं साडा विगाड़ सकदे। हुण सब तो बड़ा सवाल यही है कि की हुण किस कदर जिहड़ी है कार्रवाई हुंदी है, किस कदर इंसाफ मिल पाउंदा है, किन्ना निरपक्ष होकर पुलिस दे वल्लों भी सारी जांच पड़ताल की जाती है। क्योंकि ये जिहड़ी घटना वापरी है इसने कई तरह के सवाल जरूर खड़े कर दिते ने और नाल दी नाल एक जिहड़ा ये असल तस्वीर पेश कर दी है कि उपरले लैवल ते बेशक जो मर्जी गल्लां हो जाण, पर हेठले लैवल ते जिहड़े लोग हैगे ने उन्हां दे विच जिहड़ा सत्ता दा नशा सिर चढ़ के बोल रहा, वो किसी नूं भी नहीं बख्शदे, चाहे कोई आम लोग होवे, चाहे कोई लोगों का नुमाइंदा होवे, चाहे कोई पत्रकार होवे, जिहड़ा मर्जी जिहड़ा भी उन्हां दे अगे आएगा वो उस दे नाल इस तरीके नाल करनगे। साडे साथी ने दस्सिया कि उसनूं मोटरसाइकिल उत्ते अगवा करके अनजान जगह उत्ते लिजाया जा रहा सीगा। पिंड दे कुछ लोग अगे आ गए, उन्होंने जो शोर शराबा इसने पाया तो उसका बचाव हो गया, जान बचा के अपनी भज्जा, किसी के घर लुकिया, 3-4 घंटे तक सानू इसका पता नहीं लगा कि कित्थे है। तो ये हालात है ने कितना दहशत भरिया माहौल, जंगल राज वर्गी स्थिति जिहड़ी है वेखण नूं मिली है बीती शाम, जिहड़ा जो सानू जिस हालात दे विचों बीती शाम असीं 4-5 घंटे जिहड़े गुजरे हैं। जी बिल्कुल, अपने दर्शकों नूं असीं उन्हां परिवारां दी, पीड़ित परिवार दी भी हट बीती सुनाने आ कि कुछ उन्हां दा कहना सी जो कुछ गुंडागर्दी उन्हां दे नाल, उन्हां दे घरदिआं दे नाल होई है। कपड़े पाड़े जी साडा ही सांझा रकबा है, पानी कढ़ना से असीं पानी कढ़दे सी, 70-80 साल तो पानी चल रहा साडा ते ये सरपंच ने रातों रात नीयां पटा के 20 बईए ला के नीयां पटाइयां ने, पटा के नीयां कंध कटा के पलस्तर कराती है, सानू पता नहीं लगा। तो बाद में असीं टोया मारिया वे, तो जेसीपी मंगा के टोया मारिया, जैसा जेसीपी मंगा के टोया मारिया तो इन्हों ने भज के आ गए ने। सरपंच ने हमला किया सड़ते, सरबजीत ने पटनूरे ने बड़न दे ते असीं इन्हां ने यह गल कही भी नहीं असीं टोया मारिया पानी कढ़िया, इन्हां ने कहा फड़ लो, किसी ने हाकी फड़ी, किसी ने बैसवाल फड़िया, इन्हां ने मारनी शुरू कर दी। इन्हां ने साडा कपड़े पाड़ के साडी छाती नूं हत्थ पाया, इन्हां मेरी बेटी दी भी बेहदबी की, सरपंच ने की, दोवां दिओरां ने की, दोवां दराणियां ने की, 5 जने सी। सरपंच साडे पिंड दे विचों बदली करो, ये क्योंकि ये सरपंच सही नहीं, काफ़ी हद तक मेरे हिसाब दे विच इहने 100% ये बंदा गलत भी। 2-3 दिन पहला साडा इन्हां दे नाल झगड़ा होया ਸੀ पानी तो ये सरबजीत ਦੇ ਸਾਰੇ ਇਕੱਠੇ ਹੋ ਕੇ ਸਾਡੇ ਤੇ ਇਹਨਾਂ ਨੇ ਹਮਲਾ ਕੀਤਾ, ਮੇਰੀਆਂ ਬੇਟੀਆਂ ਤੇ ਕੱਪੜੇ ਪਾੜੇ, ਮੇਰੇ ਘਰ ਦੀ ਦੇ ਕੱਪੜੇ ਪਾੜੇ। ਇਸੇ ਕਾਰਵਾਈ ਦੇ ਵਿਰੁੱਧ ਅਸੀਂ ਆਪਣੇ ਪ੍ਰੈਸ ਰਿਪੋਰਟਰ ਸੱਦੇ ਤੇ ਪ੍ਰੈਸ ਰਿਪੋਰਟਰ ਅਜੇ ਘਰ ਵਿੱਚ ਬੈਠੇ ਸੀਗੇ, ਚਾਹ ਪਾਣੀ ਪੀਂਦੇ ਸੀ। ਉਹਨਾਂ ਨੇ ਸਾਡੇ ਨਾਲ ਸਾਰੀ ਗੱਲਬਾਤ ਕੀਤੀ। ਗੱਲਬਾਤ ਕਰਨ ਤੋਂ ਬਾਅਦ ਉਹ ਗੇਟ ਤੋਂ ਬਾਹਰ ਗਏ, ਉਹ ਇਹਨਾਂ ਦਾ ਪੁੱਛਣ ਗਏ ਵੀ ਤੁਹਾਨੂੰ ਕੀ ਪ੍ਰੋਬਲਮ ਹੈਗੀ ਹੈ ਤੇ ਇਹਨਾਂ ਨੇ 15-20 ਬੰਦੇ ਪਹਿਲਾਂ ਹੀ ਇਕੱਠੇ ਕੀਤੇ ਹੋਏ ਸੀਗੇ ਤੇ ਇਹਨਾਂ ਨੇ ਉੱਤੇ ਇੱਕ ਹਮਲਾ ਕਰ ਦਿੱਤਾ, ਉਹਨੂੰ ਮਾਰਿਆ ਕੁੱਟਿਆ, ਉਹਦੀ ਛਾਤੀ ਛੂਤੀ ਚੰਗੀ ਘੜੀਸੀ ਇਹਨੂੰ ਤੇ ਆਪਣਾ ਕਾਰਵਾਈ ਜਾਣੀ ਕਿ ਇਹਨਾਂ ਨੇ ਪੂਰੀ ਕੁੱਟਮਾਰ ਕੀਤੀ।